ਹੈਲੋ ਸਟੂਡੈਂਟਸ ਰਜੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਡੈਪਰੀਸ਼ੀਏਸ਼ਨ ਦਾ ਸੈਕਿੰਡ ਮੈਥਡ ਰਿਟਨ ਡਾਊਨ ਵੈਲਿਊ ਮੈਥਡ ਜਿਹੜਾ ਕਿਸ ਤਰੀਕੇ ਨਾਲ ਆਪਾਂ ਡੈਪਰੀਸ਼ੀਏਸ਼ਨ ਚਾਰਜ ਕਰਦੇ ਹਾਂ ਇਸ ਮੈਥਡ ਦੇ ਅੰਡਰ ਉਹ ਦੇਖਾਂਗੇ। ਰਿਟਨ ਡਾਊਨ ਵੈਲਿਊ ਮੈਥਡ ਨੂੰ ਰਜੇ ਡਿਮਿਨਿਸ਼ਿੰਗ ਮੈਥਡ ਵੀ ਬੋਲਦੇ ਨੇ। ਇਹਦੇ ਵਿੱਚ ਕੀ ਹੋਏਗਾ, ਹੁਣ ਜਿਵੇਂ ਤੁਸੀਂ ਸਟੇਟ ਲਾਈਨ ਮੈਥਡ ਵਾਲਾ ਮੈਥਡ ਪੜ੍ਹਿਆ ਸੀਗਾ। ਸਟੇਟ ਲਾਈਨ ਦੇ ਵਿੱਚ ਇੱਦਾਂ ਹੀ ਸੀਗੇ ਵੀ ਜਿਹੜਾ 1 ਸਾਲ ਡੈਪਰੀਸ਼ੀਏਸ਼ਨ ਪੂਰੇ ਸਾਲ ਦਾ ਚਾਰਜ ਹੋ ਗਿਆ, ਸੇਮ ਉਹੀ ਡੈਪਰੀਸ਼ੀਏਸ਼ਨ ਅਗਲੇ ਸਾਲ ਮਤਲਬ ਡੈਪਰੀਸ਼ੀਏਸ਼ਨ ਜਿਹੜਾ ਉਹ ਚੇਂਜ ਨਹੀਂ ਹੁੰਦਾ ਸੀਗਾ। ਪਰ ਇਹਦੇ ਵਿੱਚ ਜਿਵੇਂ ਜਿਵੇਂ ਜਿਹੜੀ ਐਸਟ ਹੈ ਉਹਦੀ ਵੈਲਿਊ ਘਟੇਗੀ, ਉਸ ਘਟੀ ਹੋਈ ਵੈਲਿਊ ਦੇ ਉੱਤੇ ਹੀ ਡੈਪਰੀਸ਼ੀਏਸ਼ਨ ਚਾਰਜ ਲੱਗੇਗਾ। ਠੀਕ ਆ, ਤਾਂ ਕਰਕੇ ਇਹਨੂੰ ਰਿਟਨ ਡਾਊਨ ਵੈਲਿਊ ਮੈਥਡ ਕਹਿੰਦੇ ਨੇ। ਇਹਦੇ ਵਿੱਚ ਇੱਕ ਫਾਰਮੂਲਾ ਰਜੇ ਰੇਟ ਆਫ ਡੈਪਰੀਸ਼ੀਏਸ਼ਨ ਕੈਲਕੂਲੇਟ ਕਰਨ ਦਾ 1 - S ਡਿਵਾਈਡਡ ਬਾਈ C 1/n। R ਮੀਨਸ ਰੇਟ ਆਫ ਡੈਪਰੀਸ਼ੀਏਸ਼ਨ, N ਮੀਨ ਐਸਟੀਮ ਵੀ ਤੁਸੀਂ ਕਿੰਨਾ ਲਾਈਫ ਨੂੰ ਯੂਜ਼ ਕਰਦੇ ਹੋ ਐਸਟ ਨੂੰ, S ਮੀਨ ਸਕ੍ਰੈਪ ਵੈਲਿਊ ਜਿਹਨੂੰ ਆਪਾਂ ਬੋਲਦੇ ਸੀਗੇ, C ਮਤਲਬ ਜਿੰਨੇ ਤੁਸੀਂ ਐਸਟਸ ਨੂੰ ਪਰਚੇਸ ਕਰ ਰਹੇ ਹੋ। ਐਗਜ਼ਾਮਪਲ ਦਿੱਤੀ, ਜੇ ਮੰਨ ਲਓ ਆਪਣੇ ਕੋਲ 3 ਸਾਲ ਕੋਈ ਮਸ਼ੀਨਰੀ ਹੈ, ਉਹ ਆਪਾਂ 10 ਲੱਖ ਦੀ ਲਈ ਸੀ, ਸਕ੍ਰੈਪ ਉਹਦੀ 64,000 ਰਹਿ ਗਈ ਹੈ। ਤੁਸੀਂ ਉਹਨੂੰ ਇਸ ਤਰੀਕੇ ਨਾਲ ਮਤਲਬ ਸੋਲਵ ਕਰਕੇ ਡੈਪਰੀਸ਼ੀਏਸ਼ਨ ਦੀ ਪਰਸੈਂਟੇਜ ਕਰ ਲਓਗੇ, ਜਿਵੇਂ 60%। ਠੀਕ ਹੈ, ਮੈਰਿਟਸ ਐਂਡ ਡੀਮੈਰਿਟਸ ਦੇ ਡਿਫਰੈਂਸਿਸ ਰਾਜੇ ਇੱਕ ਵਾਰ ਤੁਸੀਂ ਇਹਨੂੰ ਧਿਆਨ ਨਾਲ ਦੇਖ ਲਿਓ। ਕੋਈ ਨਾ ਸਮਝ ਆਇਆ ਤਾਂ ਮੈਨੂੰ ਦੱਸ ਦਿਓ, ਆਪਾਂ ਇੱਕ ਇਲਸਟ੍ਰੇਸ਼ਨ ਕਰਦੇ ਹਾਂ, ਤੁਹਾਨੂੰ ਕਲੀਅਰ ਹੋ ਜਾਏਗਾ ਕਿ ਦੋਨਾਂ 'ਚ ਕੀ ਫ਼ਰਕ ਹੈ। ਹੁਣ ਦੇਖੋ, 1 ਜੁਲਾਈ 2013 ਨੂੰ ਰਾਮ ਮੋਹਨ ਨੇ ਇੱਕ ਸੈਕਿੰਡ ਹੈਂਡ ਮਸ਼ੀਨਰੀ 18,000 ਦੀ ਲਈ ਅਤੇ ਉਹਦੇ ਉੱਤੇ 2,000 ਰੁਪਇਆ ਰਿਪੇਅਰ ਅਤੇ ਇੰਸਟਾਲੇਸ਼ਨ 'ਤੇ ਖਰਚਾ ਕੀਤਾ। ਕੋਈ ਵੀ ਫਿਟਿੰਗ ਕਰਨ 'ਤੇ ਇੰਸਟਾਲ ਕਰਨ 'ਤੇ ਕੋਈ ਵੀ ਖਰਚਾ ਹੋਏਗਾ ਰਾਜੇ ਉਹਦੀ ਪਰਚੇਜਸ ਦੇ ਵਿੱਚ ਐਡ ਹੋ ਜਾਏਗਾ। 30 ਜੂਨ 2016 ਨੂੰ ਮਸ਼ੀਨਰੀ ਜਿਹੜੀ ਆ ਉਹ ਡਿਸਪੋਜ਼ ਆਫ ਕਰ ਦਿੱਤੀ ਗਈ 13,600 ਦੀ। ਅਤੇ ਅਜ਼ਿਊਮ ਕਰਨਾ ਹੈ ਕਿ ਬੁੱਕਸ ਜਿਹੜੀਆਂ 31 ਦਸੰਬਰ ਨੂੰ ਬੰਦ ਕਰ ਦਿੱਤੀਆਂ ਗਈਆਂ ਨੇ। ਡੈਪਰੀਸ਼ੀਏਸ਼ਨ 10% ਹੈਗਾ ਡਿਮਿਨਿਸ਼ਿੰਗ ਬੈਲੈਂਸ ਦੇ ਨਾਲ। ਠੀਕ ਹੈ, ਅਤੇ ਮਸ਼ੀਨਰੀ ਅਕਾਊਂਟ ਪ੍ਰਪੇਅਰ ਕਰਨਾ। ਹੁਣ ਦੇਖੋ, 1 ਜੁਲਾਈ ਨੂੰ ਆਪਾਂ ਪ੍ਰਪੇਅਰ ਕੀਤਾ ਸੀਗਾ, 1 ਜੁਲਾਈ ਨੂੰ ਆਪਾਂ ਮਸ਼ੀਨਰੀ ਪਰਚੇਜ਼ ਕੀਤੀ ਸੀ ਰਾਮ ਮੋਹਨ ਨੇ, ਤਾਂ 1 ਜੁਲਾਈ ਨੂੰ ਟੂ ਬੈਂਕ ਅਕਾਊਂਟ ਲਿਖਤਾ 18,000 ਦੀ ਮਸ਼ੀਨਰੀ ਸੀਗੀ। ਠੀਕ ਹੈ, ਅਤੇ ਜੇ ਤੁਸੀਂ ਇੱਦਾਂ ਨਹੀਂ ਲਿਖਣਾ, ਤੁਸੀਂ ਐਂ ਕਰੋ 18,000 ਪਲੱਸ 2,000, ਇੱਥੇ 20,000 ਹੀ ਪਾ ਦਿਓ ਇਕੱਠਾ, 20,000 ਦਾ ਹੋ ਗਿਆ। ਇੱਥੇ 31 ਦਸੰਬਰ ਨੂੰ ਤੁਸੀਂ ਡੈਪਰੀਸ਼ੀਏਸ਼ਨ ਚਾਰਜ ਕਰ ਰਹੇ ਹੋ ਬਾਈ ਡੈਪਰੀਸ਼ੀਏਸ਼ਨ। ਹੁਣ ਦੇਖੋ 20,000 ਦਾ 10% ਇੰਟੂ, ਹੁਣ ਜੁਲਾਈ ਤੋਂ ਲੈ ਕੇ ਦਸੰਬਰ ਤੱਕ 6 ਮੰਥ ਬਣੇ, 6 ਮੰਥ ਦਾ 1,000 ਡੈਪਰੀਸ਼ੀਏਸ਼ਨ ਬਣੇਗਾ। 1,000 ਰੁਪਇਆ ਮਾਈਨਸ ਹੋ ਕੇ ਕਿੰਨੇ ਦੀ ਮਸ਼ੀਨਰੀ ਰਹਿ ਗਈ ਤੁਹਾਡੀ? 19,000 ਦੀ ਮਸ਼ੀਨਰੀ ਰਹਿ ਗਈ, ਜਿਹੜੀ ਕਿ ਅਗਲੇ ਸਾਲ ਕੀ ਹੋ ਜਾਏਗੀ, ਬਰਾਉ ਡਾਊਨ ਹੋ ਜਾਏਗੀ। ਹੁਣ ਥੋੜ੍ਹਾ ਜਿਹਾ ਰਾਜੇ ਕੰਸੈਪਟ ਧਿਆਨ ਨਾਲ ਦੇਖਿਓ ਵਿੱਚ ਕੀ ਡਿਫਰੈਂਸ ਹੈ। ਹੁਣ ਦੇਖੋ, ਬੈਲੈਂਸ ਬਰਾਉਡਾਊਨ ਆਪਣੇ ਕੋਲ 19,000 ਹੈਗਾ। ਹੁਣ ਜਿਹੜਾ 31 ਦਸੰਬਰ ਤੁਸੀਂ ਡੈਪਰੀਸ਼ੀਏਸ਼ਨ ਲੈਣਾ ਰਾਜੇ ਉਹ 19,000 'ਤੇ ਲਵਾਂਗੇ, ਜਦ ਕਿ ਮਸ਼ੀਨਰੀ ਸਾਡੀ ਕਿੰਨੇ ਦੀ ਸੀਗੀ? 20,000 ਦੀ। 18,000 ਪਲੱਸ 2,000 ਦਾ ਖਰਚਾ ਹੋਇਆ ਸੀ, 20,000 ਬਣਿਆ ਸੀ। 20,000 ਦਾ 10% ਲਗਾਉਂਦੇ ਤਾਂ ਆਪਾਂ ਸਟੇਟ ਲਾਈਨ ਮੈਥਡ ਬਣਨਾ ਸੀ, ਪਰ ਉਹਨੇ ਡਿਮਿਨਿਸ਼ਿੰਗ ਮੈਥਡ ਕਿਹਾ। ਤਾਂ ਇਹਦਾ ਮਤਲਬ ਜਿੰਨੇ ਦੀ ਮਸ਼ੀਨਰੀ ਉਸ ਸਾਲ ਰਹਿ ਗਈ, ਹੁਣ ਇਹ 19,000 ਦੀ ਰਹਿ ਗਈ ਸੀ, ਇਹ 'ਤੇ ਆਪਾਂ ਡੈਪਰੀਸ਼ੀਏਸ਼ਨ ਚਾਰਜ ਕਰਨਾ। 19,000 ਦਾ 10% 1,900 ਰੁਪਈਆ, ਤਾਂ ਇੰਨੇ ਦੀ ਮਸ਼ੀਨਰੀ ਰਹਿ ਗਈ 17,100 ਰੁਪਏ ਦੀ। ਅਗਲੇ ਸਾਲ ਇੰਨੇ ਦੀ ਮਸ਼ੀਨਰੀ ਰਹਿ ਗਈ, ਅਤੇ ਇਹ 'ਤੇ ਹੁਣ ਆਪਾਂ ਡੈਪਰੀਸ਼ੀਏਸ਼ਨ ਲਾਉਣਾ 10%, 17,010 ਰੁਪਏ ਮਾਈਨਸ ਕਰਕੇ ਆਪਣੇ ਕੋਲ 15,390 ਰੁਪਏ ਰਹਿ ਗਿਆ। ਹੁਣ ਇਹਦੇ 'ਤੇ ਅਗਲੇ ਸਾਲ ਆਪਾਂ ਡੈਪਰੀਸ਼ੀਏਸ਼ਨ ਜਿਹੜਾ ਉਹ ਲਗਾਵਾਂਗੇ। ਠੀਕ ਹੈ, ਹੁਣ ਆਪਾਂ ਪਰ ਉਹਨੂੰ ਸੇਲ ਕਰ ਰਹੇ ਹਾਂ ਕਿੰਨੇ 'ਚ? 2016 ਦੇ ਵਿੱਚ 30 ਜੂਨ ਨੂੰ ਡਿਸਪੋਜ਼ ਆਫ ਮਤਲਬ ਸੇਲ ਕਰ ਰਹੇ ਹਾਂ 13,600 ਰੁਪਏ ਦੇ ਵਿੱਚ। ਠੀਕ ਹੈ, 15,600 ਰੁਪਏ 'ਚ ਸੌਰੀ। ਠੀਕ ਹੈ, ਹੁਣ ਦੇਖੋ ਬੈਲੈਂਸ ਬਰਾਉਡਾਊਨ ਇੰਨੇ ਦਾ ਰਹਿ ਗਈ ਸੀ ਆਪਣੇ ਕੋਲ ਮਸ਼ੀਨਰੀ। ਹੁਣ ਡੈਪਰੀਸ਼ੀਏਸ਼ਨ ਚਾਰਜ ਕਰਨਾ ਜੂਨ ਤੱਕ ਦਾ, ਜਨਵਰੀ ਤੋਂ ਲੈ ਕੇ ਜੂਨ ਤੱਕ 6 ਮਹੀਨੇ ਬਣ ਕੇ, ਯਾਨੀ ਕਿ ਆਪਣੇ ਕੋਲ ਜਿਹੜੀ ਜਿੰਨੇ ਦੀ ਮਸ਼ੀਨਰੀ ਰਹਿ ਗਈ ਸੀ ਉਹਦਾ 10% ਇੰਟੂ 6/12 770 ਆ ਗਿਆ। ਅੱਛਾ, ਤੁਸੀਂ ਉਹਨੂੰ ਸੇਲ ਵੀ ਕਰ ਰਹੇ ਹੋ 13,600 'ਚ ਹੀ ਕਰ ਰਹੇ ਹੋ ਰਾਜੇ, ਸੌਰੀ 13,600 ਰੁਪਏ 'ਚ ਉਹਨੂੰ ਸੇਲ ਕਰ ਰਹੇ ਹੋ। ਠੀਕ ਹੈ, ਤਾਂ ਹੁਣ ਦੇਖੋ ਤੁਹਾਡਾ ਬੈਲੈਂਸ ਜੇ ਇੱਧਰ ਘਟਦਾ ਤਾਂ ਤੁਸੀਂ ਪ੍ਰੋਫਿਟ ਸ਼ੋਅ ਕਰਨਾ ਸੀਗਾ। ਹੁਣ ਬਾਏ ਵਾਲੀ ਸਾਈਡ ਯਾਨੀ ਕਿ ਕ੍ਰੈਡਿਟ ਸਾਈਡ ਘੱਟ ਰਿਹਾ ਹੈਗਾ, ਤੁਸੀਂ ਉਹਨੂੰ ਲੋਸ ਸ਼ੋਅ ਕਰੋਗੇ। P&L ਅਕਾਊਂਟ ਲੋਸ ਕਿੰਨਾ ਹੋ ਗਿਆ? 1,020 ਰੁਪਏ ਤੁਹਾਨੂੰ ਲੋਸ ਹੋ ਗਿਆ। ਠੀਕ ਹੈ ਜੀ, ਇਸ ਤਰੀਕੇ ਨਾਲ ਸਮਸ ਜਿਹੜੇ ਰਿਟਰਨ ਡਾਊਨ ਵੈਲਿਊ ਮੈਥਡ 'ਚ ਕਰਨੇ ਨੇ। ਠੀਕ ਹੈ, ਨੈਕਸਟ ਇਲਸਟ੍ਰੇਸ਼ਨ ਦੇਖੋ ਰਾਜੇ, ਸਹਾਰਾ ਬ੍ਰਦਰਸ ਪਰਚੇਜ਼ ਮਸ਼ੀਨਰੀ ਫॉर ਚੈੱਕ 1 ਲੱਖ। ਠੀਕ ਹੈ, 1 ਜਨਵਰੀ 2014। ਐਸਟੀਮੇਟ ਸਕ੍ਰੈਪ ਵੈਲਿਊ 20,000 ਹੈ। ਐਂਡ ਆਫ ਦੀ ਈਅਰ ਡੈਪਰੀਸ਼ੀਏਸ਼ਨ ਜਿਹੜਾ 10% ਰਿਡਿਊਸਿੰਗ ਬੈਲੈਂਸ ਮੈਥਡ, ਯਾਨੀ ਕਿ ਉਹੀ ਰਿਟਰਨ ਡਾਊਨ ਵੈਲਿਊ ਮੈਥਡ ਨਾਲ ਆਪਾਂ ਅਪਲਾਈ ਕਰਨਾ ਗਾ। ਮਸ਼ੀਨਰੀ ਅਕਾਊਂਟ ਬੈਲੈਂਸ ਸ਼ੀਟ ਫਾਈਨੈਂਸ਼ੀਅਲ ਈਅਰ 31 ਦਸੰਬਰ ਤੱਕ ਦੇ ਤੁਸੀਂ ਦੱਸਣੀਆਂ ਨੇ। 2 ਕੇਸ ਬਣਾਏ ਨੇ, ਜੇਕਰ ਪ੍ਰੋਵੀਜ਼ਨਸ ਨਹੀਂ ਬਣਾ ਰਹੇ, ਦੂਸਰੇ ਜੇਕਰ ਪ੍ਰੋਵੀਜ਼ਨ ਬਣਾ ਰਹੇ ਹੋ। ਹੁਣ ਦੇਖੋ, ਜਦੋਂ ਕਹਿੰਦੇ ਪ੍ਰੋਵੀਜ਼ਨਸ ਆਪਾਂ ਨਹੀਂ ਬਣਾ ਰਹੇ, ਠੀਕ ਹੈ, ਉਸ ਕੇਸ ਦੇ ਵਿੱਚ ਕੀ ਹੋਏਗਾ? ਹੁਣ ਦੇਖੋ, ਪਹਿਲਾਂ ਕੀ ਹੋਏਗਾ, ਮਸ਼ੀਨਰੀ ਨੂੰ ਤੁਸੀਂ 1 ਜਨਵਰੀ 2014 ਨੂੰ 1 ਲੱਖ ਦੀ ਪਰਚੇਜ਼ ਕੀਤਾ, ਜਨਵਰੀ ਦੇ ਵਿੱਚ ਆਪਣੀ ਬੈਲੈਂਸ ਟ੍ਰਾਂਜੈਕਸ਼ਨ ਕਰ ਦਿਓ ਟੂ ਬੈਂਕ ਅਕਾਊਂਟ 1 ਲੱਖ ਰੁਪਈਆ।
31 ਦਿਸੰਬਰ ਨੂੰ ਤੁਸੀਂ ਡੈਪਰੀਸ਼ੀਏਸ਼ਨ ਚਾਰਜ ਕਰੋਗੇ 10%, 10,000 ਬਣ ਗਿਆ, ਤਾਂ ਮਸ਼ੀਨਰੀ ਰਹਿ ਗਈ ਸੀ 90,000 ਦੀ। ਅਗਲੇ ਸਾਲ 90,000 ਦਾ 10% ਲਗਾਉਣਾ ਸੀ, 9,000 ਅਤੇ 81,000 ਦੀ ਰਹਿ ਗਈ ਸੀ। 2 ਸਾਲ ਦੇ ਬਣਾਉਣਾ ਸੀ, ਠੀਕ ਹੈ। 2 ਸਾਲ ਦਾ ਬਣਾ ਕੇ ਇੱਥੇ ਆਪਣਾ ਖਤਮ ਹੋ ਗਿਆ। ਡੈਪਰੀਸ਼ੀਏਸ਼ਨ ਅਕਾਊਂਟ ਸੇਮ ਉਵੇਂ, ਠੀਕ ਹੈ, ਜਿਵੇਂ ਤੁਸੀਂ ਪਿੱਛੇ ਸਟੇਟ ਲਾਈਨ ਦੇ ਵਿੱਚ ਦੇਖਿਆ ਸੀ। ਬਸ ਡੈਪਰੀਸ਼ੀਏਸ਼ਨ ਇੱਥੇ ਹੁਣ ਸੇਮ ਨਹੀਂ ਕਰਨਾ, ਪਹਿਲੇ ਸਾਲ 10,000, ਦੂਸਰੇ ਸਾਲ 9,000, ਬਸ ਇਹ ਥੋੜ੍ਹਾ ਡਿਫਰੈਂਸ ਹੈ। ਬੈਲੈਂਸ ਸ਼ੀਟ ਦੇ ਵਿੱਚ ਵੀ ਦੇਖੋ, ਪਹਿਲੇ ਸਾਲ ਦੀ ਡੈਪਰੀਸ਼ੀਏਸ਼ਨ ਮਾਈਨਸ ਹੋ ਗਈ, ਅਗਲੇ ਸਾਲ 'ਚ ਵੀ ਜਿਹੜੀ ਵੈਲਿਊ ਰਹਿ ਗਈ ਉਹਦੇ 'ਚੋਂ ਮਾਈਨਸ ਕਰਨੀ ਆ, ਉਹਦਾ ਪਰਸੈਂਟੇਜ ਸੇਮ ਨਹੀਂ। ਪਿਛਲੇ ਸਾਲ ਪਿਛਲੇ ਸਟੇਟ ਲਾਈਨ 'ਚ ਕੀ ਸੀ, ਉੱਪਰ 10,000 ਸੀ, ਇਹ 'ਚੋਂ ਵੀ 10,000 ਹੀ ਮਾਈਨਸ ਕੀਤਾ ਸੀ। ਨੋ, ਇਹਦੇ ਵਿੱਚ ਘਟ ਗਿਆ, ਠੀਕ ਹੈ। ਜਿਵੇਂ ਵੈਲਿਊ ਘਟ ਗਈ ਉਵੇਂ ਡੈਪਰੀਸ਼ੀਏਸ਼ਨ ਵੀ ਰਿਡਿਊਸ ਹੋ ਗਿਆ, ਠੀਕ ਹੈ। ਜੇਕਰ ਹੁਣ ਪ੍ਰੋਵੀਜ਼ਨ ਬਣ ਰਹੀ ਆ ਤਾਂ ਮਸ਼ੀਨਰੀ ਅਕਾਊਂਟ ਕਿਸ ਤਰੀਕੇ ਨਾਲ ਪ੍ਰਪੇਅਰ ਹੋਏਗਾ, ਠੀਕ ਹੈ। ਹੁਣ ਦੇਖੋ, ਬੈਂਕ ਅਕਾਊਂਟ ਲਿਖਤਾ ਆਪਾਂ 1 ਲੱਖ ਰੁਪਈਆ, ਬੈਲੈਂਸ ਕੈਰੀ ਡਾਊਨ ਇੱਧਰ ਆ ਗਿਆ, ਠੀਕ ਹੈ। ਉਹ ਅਗਲੇ ਸਾਲ ਬਰੋਡਨ ਬਣ ਗਿਆ, ਇੱਧਰ ਕੈਰੀ ਡਾਊਨ ਬਰੋਡਨ, ਇਹਦਾ ਸਿੰਪਲ ਹੀ ਹੈ, ਠੀਕ ਹੈ। ਇਸੇ ਤਰ੍ਹਾਂ ਕਿਊਮੂਲੇਟਡ ਡੈਪਰੀਸ਼ੀਏਸ਼ਨ ਅਕਾਊਂਟ, ਕਿਉਂਕਿ ਪ੍ਰੋਵੀਜ਼ਨ ਬਣਾ ਰਿਹਾ ਤਾਂ ਕਿਊਮੂਲੇਟਡ ਡੈਪਰੀਸ਼ੀਏਸ਼ਨ ਅਕਾਊਂਟ ਬਣੇਗਾ। ਬੈਲੈਂਸ ਕੈਰੀ ਡਾਊਨ, ਪਹਿਲੇ ਸਾਲ ਕਿੰਨਾ ਡੈਪਰੀਸ਼ੀਏਸ਼ਨ ਸੀਗਾ 10,000, ਸੌਰੀ ਪਹਿਲਾਂ ਇੱਧਰ ਬਾਏ ਡੈਪਰੀਸ਼ੀਏਸ਼ਨ 10,000, ਇੱਧਰ ਜਾ ਕੇ ਕੈਰੀ ਡਾਊਨ ਹੋ ਗਿਆ, ਅਗਲੇ ਸਾਲ ਉਹ ਬਰੋਡਨ ਹੋ ਗਿਆ, ਠੀਕ ਹੈ। ਪਰ ਉਹ ਅਗਲੇ ਸਾਲ ਦਾ ਡੈਪਰੀਸ਼ੀਏਸ਼ਨ 9,000 ਰਹਿ ਗਿਆ ਸੀ, ਟੋਟਲ ਬਣ ਗਿਆ 19,000, ਤਾਂ ਅਗਲੇ ਸਾਲ ਉਹੀ ਕੈਰੀ ਡਾਊਨ ਹੋ ਗਿਆ, ਨੈਕਸਟ ਈਅਰ ਬਰੋਡਨ ਬਣ ਜਾਏਗਾ। ਡੈਪਰੀਸ਼ੀਏਸ਼ਨ ਅਕਾਊਂਟ ਜਦੋਂ ਆਪਾਂ P&L 'ਚ ਟ੍ਰਾਂਸਫਰ ਕਰਨਾ ਇਹਦੇ ਵਿੱਚ ਕਰਾਂਗੇ। ਟੂ ਕਿਊਮੂਲੇਟਡ ਡੈਪਰੀਸ਼ੀਏਸ਼ਨ ਅਕਾਊਂਟ ਕਿੰਨਾ ਸੀਗਾ, ਪਹਿਲੇ ਸਾਲ 10,000, ਉਹੀ P&L 'ਚ ਟ੍ਰਾਂਸਫਰ ਹੋ ਗਿਆ। ਦੂਜੇ ਸਾਲ ਕਿੰਨਾ ਸੀ 9,000, ਉਹੀ P&L 'ਚ ਟ੍ਰਾਂਸਫਰ ਹੋ ਗਿਆ। ਅਤੇ ਜਦੋਂ ਆਪਾਂ ਬੈਲੈਂਸ ਸ਼ੀਟ ਕ੍ਰੀਏਟ ਕਰਾਂਗੇ, ਪਹਿਲਾਂ ਮਸ਼ੀਨਰੀ 1 ਲੱਖ ਦੀ ਸੀਗੀ ਅਤੇ ਉਹ 'ਚ ਕਿਊਮੂਲੇਟਡ ਡੈਪਰੀਸ਼ੀਏਸ਼ਨ ਪਹਿਲੇ ਸਾਲ ਦਾ ਕਿੰਨਾ ਸੀ 10,000 ਮਾਈਨਸ ਕਰਕੇ 90,000 ਦੀ ਰਹਿ ਗਈ। ਇਸੇ ਤਰ੍ਹਾਂ ਹੁਣ ਜਦੋਂ ਮਸ਼ੀਨਰੀ ਲਵਾਂਗੇ ਤਾਂ ਆਪਾਂ ਇੱਕ ਐਟ ਕਾਸਟ 'ਤੇ ਲਵਾਂਗੇ। ਕਿਊਮੂਲੇਟਡ ਦਾ ਮਤਲਬ ਪਲੱਸ ਕਰੀ ਜਾਓ ਡੈਪਰੀਸ਼ੀਏਸ਼ਨ ਨੂੰ, ਪਹਿਲੇ ਸਾਲ ਦਾ 10,000 ਸੀ, ਦੂਜੇ ਸਾਲ ਦਾ 9,000, ਟੋਟਲ ਕਿੰਨਾ ਬਣ ਗਿਆ ਸੀ 19,000 ਰੁਪਈਆ, ਮਾਈਨਸ ਕਰਕੇ 81,000 ਜਿਹੜਾ ਉਹ ਹੋ ਜਾਏਗਾ, ਠੀਕ ਹੈ ਰਾਜੇ। ਇਹ ਸੀਗਾ ਤੁਹਾਡਾ ਰਿਟਨ ਡਾਊਨ ਵੈਲਿਊ ਮੈਥਡ, ਠੀਕ ਹੈ ਜੀ।